ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਮੇਰੀ ਅੱਜ ਦੀ ਗੱਲ ਦਾ ਟੌਪਿਕ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਦੇ ਦਰਮਿਆਨ ਇਸ ਵੇਲੇ ਜੰਗ ਦਾ ਮਾਹੌਲ ਹੈ, ਇਹੀ ਹੈ। ਲੇਕਿਨ ਮੇਰੀ ਗੱਲ ਥੋੜੀ ਜਿਹੀ ਮੁਖਤਲਿਫ ਹੈ, ਕਿਉਂਕਿ ਮੈਂ ਇਹ ਜਿਹੜਾ ਮੇਨ ਸਟ੍ਰੀਮ ਮੀਡੀਆ ਹੈ ਜਾਂ ਸੋਸ਼ਲ ਮੀਡੀਆ ਤੇ ਜਿਹੜੇ ਲੂਤੀ ਲਾਉਣ ਵਾਲੇ ਜਾਂ ਅੱਗ ਬਰਸਾਉਣ ਵਾਲੇ ਲੋਕ ਨੇ, ਮੈਂ ਉਹਨਾਂ 'ਚ ਸ਼ਾਮਲ ਨਹੀਂ। ਮੇਰਾ ਮਕਸਦ ਤੇ ਸਿੱਧੀ ਜਿਹੜੀ ਅਸਲ ਮਕਸਦ ਹੈ ਉਹਦੇ ਵੱਲ ਧਿਆਨ ਦੇਣਾ ਹੈ, ਤਾਂ ਕਿ ਸਾਡੀ ਸਾਰੇ ਲੋਕਾਂ ਦੀ ਤਵੱਜੋ ਉਸ ਮਸਲੇ ਲਈ ਹੋਏ ਜਿਹਦੀ ਵਜ੍ਹਾ ਤੋਂ ਇਹ ਦੋਨੋਂ ਕੌਮਾਂ ਆਮਣੇ ਸਾਹਮਣੇ ਆਪਣੇ ਜੰਗੀ ਹਥਿਆਰਾਂ ਨਾਲ ਇੱਕ ਦੂਜੇ ਨੂੰ ਕਤਲ ਕਰਨ ਤੇ ਮਿਟਾਉਣ ਤੇ ਤੁਲ ਗਈਆਂ ਨੇ। ਇੱਕ ਜਵਾਨੀ 'ਚ ਸਾਨੂੰ ਸਮਝਾਇਆ ਜਾਂਦਾ ਸੀ ਕਿ ਅਗਰ ਤੁਸੀਂ ਕੋਈ ਜੰਗਲ ਦੇ ਵਿੱਚੋਂ ਲੰਘਦੇ ਹੋ ਤੇ ਕਦੀ ਵੀ ਤੁਹਾਡੀਆਂ ਨਜ਼ਰਾਂ ਤੋਂ ਜੰਗਲ ਓਝਲ ਨਹੀਂ ਹੋਣਾ ਚਾਹੀਦਾ, ਭਾਵੇਂ ਇਹ ਨਾ ਹੋਏ ਕਿ ਕਿਤੇ ਤੁਸੀਂ ਦਰਖਤਾਂ 'ਚ ਹੀ ਗੁੰਮ ਹੋ ਜਾਓ। ਮਤਲਬ ਹੈ ਕਿ ਜਿਹੜਾ ਸਾਡਾ ਅਸਲ ਨਸਬ ਲਾਈਨ ਹੈ ਜਾਂ ਮਕਸਦ ਹੈ, ਉਹ ਨਜ਼ਰਾਂ ਤੋਂ ਓਝਲ ਨਹੀਂ ਹੋਣਾ ਚਾਹੀਦਾ ਔਰ ਸਾਨੂੰ ਛੋਟੀਆਂ ਮੋਟੀਆਂ ਚੀਜ਼ਾਂ ਦੇ ਵਿੱਚ ਨਹੀਂ ਫਸਣਾ ਚਾਹੀਦਾ। ਲੇਕਿਨ ਇਹ ਮੇਰੇ ਰੰਗਾ ਮਾੜਾ ਬੰਦਾ ਇਹ ਗੱਲ ਕਰੇ ਤਾਂ ਉਹਦੀ ਗੱਲ ਕਿਉਂ ਸੁਣਦਾ ਹੈ? ਕਿਉਂਕਿ ਫੈਸਲਾ ਕਰਨ ਵਾਲੇ ਔਰ ਗੱਲ ਸਮਝਾਉਣ ਵਾਲੇ ਐਡਵਾਈਜ਼ਰ ਤੇ ਹੋਰ ਨੇ, ਲੇਕਿਨ ਗੱਲ ਕਰਨ 'ਚ ਹਰਜ ਕੋਈ ਨਹੀਂ। ਅਗਰ ਤੁਸੀਂ ਨਿਚੋੜ ਕੱਢੋ ਤੇ ਹਿੰਦੁਸਤਾਨ ਤੇ ਪਾਕਿਸਤਾਨ ਦੇ ਵਿੱਚ ਮੌਜੂਦਾ ਦੌਰ ਦੀਆਂ ਸਭ ਤੋਂ ਵੱਡੀਆਂ ਜਿਹੜੀਆਂ ਤਨਾਜ਼ਾਤ ਨੇ, ਉਹਨਾਂ ਦੀ ਸਭ ਤੋਂ ਬੜੀ ਵਜ੍ਹਾ ਦਹਿਸ਼ਤਗਰਦੀ ਹੈ। ਉਹ ਦਿੱਲੀ ਦਾ ਅਟੈਕ ਹੋਏ, ਉਹ ਪੁਲਵਾਮਾ ਹੋਏ, ਉਹ ਪਹਿਲਗਾਮ ਹੋਏ, ਉਹ ਜਾਫਰ ਐਕਸਪ੍ਰੈਸ ਹੋਏ, ਉਹ AJK ਹੋਏ, ਬਲੋਚਿਸਤਾਨ ਹੋਏ, ਦੋਨੋਂ ਮੁਲਕ ਇੱਕ ਦੂਸਰੇ ਦੇ ਉੱਤੇ ਜਿਹੜਾ ਇਲਜ਼ਾਮ ਲਾਉਂਦੇ ਨੇ, ਉਹ ਇਹ ਕਹਿੰਦੇ ਨੇ ਕਿ ਇਹ ਮੁਲਕ ਦਹਿਸ਼ਤਗਰਦੀ ਫੈਲਾਉਂਦਾ ਹੈ। ਔਰ ਹੁਣ ਇਸ ਨਤੀਜੇ ਤੇ ਪਹੁੰਚ ਗਏ ਹੈ ਕਿ ਦਹਿਸ਼ਤਗਰਦੀ ਦੇ ਮਸਲੇ ਨੂੰ ਹੱਲ ਕਰਨ ਦੀ ਬਜਾਏ ਇਹਨਾਂ ਨੇ ਸੋਚਿਆ ਇੱਕ ਦੂਜੇ ਨੂੰ ਹੀ ਮਿਟਾ ਦਿਓ। ਹੁਣ ਗੱਲਾਂ ਇਸ ਤੱਕ ਪਹੁੰਚ ਗਈਆਂ ਨੇ ਕਿ ਐਟਮ ਬੰਬ ਚਲਾਓ, ਔਰ ਹਰ ਕੋਈ ਕਹਿੰਦਾ ਹੈ ਕਿ ਦੂਸਰੇ ਨੂੰ ਖਤਮ ਕਰ ਦਿਓ, ਕਿਉਂਕਿ ਉਹਦਾ ਵਜੂਦ ਹੀ ਖਤਮ ਕਰ ਦਿਓ। ਹੁਣ ਜ਼ਰਾ ਸੋਚੋ ਇੱਕ ਲਮਹੇ ਵਾਸਤੇ ਕਿ ਜਿਨ੍ਹਾਂ ਮੁਲਕਾਂ 'ਚ ਦਹਿਸ਼ਤਗਰਦਾਂ ਨੂੰ ਖਤਮ ਕਰਨ ਲਈ ਜੰਗਾਂ ਹੋਈਆਂ, ਕਿਆ ਉੱਥੇ ਦਹਿਸ਼ਤਗਰਦੀ ਮੁੱਕ ਗਈ? ਤੁਹਾਨੂੰ ਇਹਦੀ ਮੈਂ ਵੱਡੀ ਮਿਸਾਲ ਅਮਰੀਕਾ ਦੀ ਦਿੰਦਾ। ਅਮਰੀਕਾ ਤੇ ਅਫਗਾਨਿਸਤਾਨ ਦੀ ਜੰਗੀ ਫੌਜਾਂ ਦਾ ਕੋਈ ਮੁਕਾਬਲਾ ਨਹੀਂ। ਅੱਛਾ, ਨਾ ਹੀ ਇਸਰਾਈਲ ਤੇ ਫਲਸਤੀਨ ਦੇ ਔਰ ਲਿਬਨਾਨ ਦੀਆਂ ਫੌਜਾਂ ਦਾ ਕੋਈ ਮੁਕਾਬਲਾ ਹੈ। ਉਹ ਵੀ ਇਹ ਦਹਿਸ਼ਤਗਰਦ ਮਕਾਨ ਟੁਰੇ ਸੀ, ਤੇ ਆਖਰ ਤੁਸੀਂ ਵੇਖ ਲਓ 20 ਸਾਲ ਅਮਰੀਕਾ ਨੇ 11 ਸਤੰਬਰ ਦੇ ਹਮਲੇ ਤੋਂ ਬਾਅਦ 20 ਸਾਲ ਅਫਗਾਨਿਸਤਾਨ 'ਚ ਜੰਗ ਲੜੀ, ਔਰ ਉਹਨਾਂ ਦਹਿਸ਼ਤਗਰਦਾਂ ਨੂੰ ਮੁਕਾਉਂਦਿਆਂ ਆਖਰ ਅਮਰੀਕਾ ਆਪ ਹੀ ਇੱਥੋਂ ਟੁਰ ਗਿਆ ਔਰ ਸਾਰਾ ਅਸਲਾ ਇੱਥੇ ਛੱਡ ਗਿਆ। ਹੁਣ ਤੁਸੀਂ ਸੋਚੋ ਕਿ ਅਮਰੀਕਾ ਤੇ ਇੱਕ ਵੱਡੀ ਤਾਕਤ ਸੀ, ਉਹਨੇ 20 ਸਾਲ ਵੀ ਲੜ ਲਿਆ, ਮਗਰ ਦਹਿਸ਼ਤਗਰਦੀ ਉਸ ਤੋਂ ਵੱਧ ਗਈ, ਘਟੀ ਕੋਈ ਨਹੀਂ। ਅੱਛਾ, ਹੁਣ ਚਲੇ ਜਾਓ ਜਨਾਬ ਫਲਸਤੀਨ ਦਾ, ਉਹ ਹਮਾਸ ਨੂੰ ਮਕਾਨ ਟੁਰੇ ਹੋਏ ਸੀ, ਤੇ ਤੀਜਾ ਸਾਲ ਹੋਣ ਵਾਲਾ ਹੈ, ਉਹ ਹਮਾਸ ਉਵੇਂ ਦੀ ਉਵੇਂ ਹੀ ਹੈ। ਰੋਜ਼ਾਨਾ ਖਬਰਾਂ ਸੁਣਨੇ ਔਰ ਉਹ ਉਹਨਾਂ ਦੇ ਰੋਜ਼ਾਨਾ ਬੰਦੇ ਮਾਰੀ ਜਾ ਰਹੇ। ਸਾਰਾ ਉਹਨੇ ਫਲਸਤੀਨ ਜ਼ਿਆਦਾਤਰ ਹਿੱਸਾ ਤਹਿਸ ਨਹਿਸ ਕਰ ਦਿੱਤਾ ਹੈ, ਲੇਕਿਨ ਦਹਿਸ਼ਤਗਰਦੀ ਉੱਥੇ ਦੀ ਉੱਥੇ ਹੀ ਹੈ। ਅੱਛਾ ਜੀ, ਹੁਣ ਚਲੇ ਜਾਓ ਸ਼ਾਮ ਦੇ ਵਿੱਚ, ਅੱਛਾ ਇਰਾਕ ਦੇ ਵਿੱਚ, ਉਸ ਤੋਂ ਬਾਅਦ ਜਨਾਬ ਆਪਣਾ ਲੀਬੀਆ ਦੇ ਵਿੱਚ, ਇਸੇ ਤਰ੍ਹਾਂ ਅਫਰੀਕਾ ਚਲੇ ਜਾ। ਕੋਈ ਇੱਕ ਮੁਲਕ ਮੈਨੂੰ ਦੱਸੋ ਜਿਸ ਮੁਲਕ ਦੇ ਵਿੱਚ ਜੰਗਾਂ ਦੇ ਨਾਲ ਔਰ ਹਮਲਿਆਂ ਦੇ ਨਾਲ ਕਿਸੇ ਨੇ ਦਹਿਸ਼ਤਗਰਦੀ ਮੁਕਾਈ ਹੈ। ਲਿਹਾਜ਼ਾ ਇਹ ਮਫਰੂਜ਼ਾ ਕਿ ਜਨਾਬ ਅਸੀਂ ਦਹਿਸ਼ਤਗਰਦੀ ਨੂੰ ਦੂਜੇ ਮੁਲਕ ਨੂੰ ਮਾਰ ਕੇ ਪਿੱਟ ਕੇ ਫਨਾਹ ਕਰਕੇ ਤੇ ਠੀਕ ਕਰ ਦਿਆਂਗੇ, ਮੇਰਾ ਖਿਆਲ ਹੈ ਇਹਦਾ ਤੇ ਕੋਈ ਸਬੂਤ ਨਹੀਂ, ਤੇ ਨਾ ਹੀ ਇਹਦੀ ਕੋਈ ਤਾਰੀਖ ਦੇ ਵਿੱਚ ਜਗ੍ਹਾ, ਬਲਕਿ ਇਹਦੇ ਨਾਲ ਦਹਿਸ਼ਤਗਰਦੀ ਵੱਧਦੀ ਹੈ, ਘਟਦੀ ਕੋਈ ਨਹੀਂ। ਦਹਿਸ਼ਤਗਰਦਾਂ ਨੂੰ ਆਜ਼ਾਦੀ ਮਿਲ ਜਾਂਦੀ ਹੈ, ਉਹਨਾਂ ਨੂੰ ਜਵਾਜ਼ ਮਿਲ ਜਾਂਦਾ ਹੈ, ਔਰ ਜਗ੍ਹਾ ਜਗ੍ਹਾ ਉਹ ਹੋਰ ਫੈਲ ਜਾਂਦੇ ਨੇ। ਤੇ ਇੱਕ ਤੇ ਇਹ ਹੈ ਕਿ ਜਿਹੜਾ ਹਿੰਦੁਸਤਾਨ ਤੇ ਪਾਕਿਸਤਾਨ ਜਿਹੜੇ ਦੋਨੋਂ ਇੱਕ ਦੂਜੇ ਨੂੰ ਇਲਜ਼ਾਮ ਲਾ ਕੇ ਦਹਿਸ਼ਤਗਰਦੀ ਨੂੰ ਖਤਮ ਕਰਨ ਵਾਸਤੇ ਜੰਗ ਕਰ ਰਹੇ ਨੇ, ਮੇਰਾ ਖਿਆਲ ਹੈ ਇਸ ਤੋਂ ਵੱਡਾ ਬੇਵਕੂਫ ਦੁਨੀਆ 'ਚ ਕੋਈ ਨਹੀਂ ਹੋਣਾ। ਇਹਨਾਂ ਦੋਨਾਂ ਨੂੰ ਚਾਹੀਦਾ ਹੈ ਕਿ ਇਹ ਜੰਗ ਸ਼ੰਗ ਨੂੰ ਖਤਮ ਕਰਨ, ਜਾਂ ਜੋ ਵੀ ਇਹਨਾਂ ਨੇ ਪਲਾਨ ਕੀਤਾ, ਅਗਰ ਇਹ ਵਾਕਈ ਮੁਖਲਸ ਨੇ
ਇਹ ਬੁੱਢੀਆਂ ਤਰ੍ਹਾਂ ਇੱਕ ਦੂਜੇ ਨੂੰ ਇਲਜ਼ਾਮ ਲਾਉਣਾ, ਜੀ ਤੁਸੀਂ ਇਹ ਕੀਤਾ ਸੀ ਅਤੇ ਮੈਂ ਇਹ ਕੀਤਾ ਸੀ, ਉਹ ਕਹਿੰਦਾ ਤੁਸੀਂ ਇਹ ਕੀਤਾ ਸੀ, ਤੁਸੀਂ ਘਟੀਆ ਹੋ, ਕਹਿੰਦਾ ਤੁਸੀਂ ਘਟੀਆ ਹੋ, ਕਹਿੰਦਾ ਤੁਸੀਂ ਫਲਾਂ ਹੋ, ਤੁਸੀਂ ਫਲਾਂ। ਇਹ ਪਿੰਡਾਂ ਦੇ ਵਿੱਚ ਜ਼ਨਾਨੀਆਂ ਜਦੋਂ ਲੜਦੀਆਂ ਸਨ ਨਾ, ਅਤੇ ਇੱਕ ਦੂਜੇ ਨੂੰ ਇਵੇਂ ਹੀ ਗਾਲਾਂ ਕੱਢਦੀਆਂ ਸਨ। ਹੁਣ ਸਾਡੇ ਮਾਸ਼ਾਅੱਲਾ ਜਿਹੜੇ ਪੜ੍ਹੇ ਲਿਖੇ ਐਂਕਰ ਨੇ, ਉਹਨਾਂ 'ਚ ਤੇ ਉਹ ਪਿੰਡਾਂ ਦੀਆਂ ਜਿਹੜੀਆਂ ਬਾਜ਼ਾਰੂ ਦੀਆਂ ਔਰਤਾਂ ਲੜਦੀਆਂ ਸੀ, ਉਹਨਾਂ 'ਚ ਕੋਈ ਫਰਕ ਨਹੀਂ। ਇਹਦੇ ਵਿੱਚ ਕੋਈ ਅਕਲ ਕੋਈ ਨਹੀਂ। ਅਕਲ ਹੈ ਕਿ ਪਾਕਿਸਤਾਨ ਅਤੇ ਹਿੰਦੁਸਤਾਨ ਜਾਂ ਅਫਗਾਨਿਸਤਾਨ ਵੀ ਲਾ ਲਓ, ਜਾਂ ਜਿਹੜਾ ਵੀ ਇਸ ਰੀਜਨ ਦੇ ਵਿੱਚ ਜਿੱਥੇ ਦਹਿਸ਼ਤਗਰਦ ਮੌਜੂਦ ਨੇ, ਇਹ ਸਾਰੇ ਮਿਲ ਕੇ ਨੇਕ ਨੀਤੀ ਨਾਲ ਇੱਕ ਫੈਸਲਾ ਕਰਨ ਔਰ ਆਪਣੀ ਇੱਕ ਕੋਈ ਜਿਹਨੂੰ ਕਹਿੰਦੇ ਟਾਸਕ ਫੋਰਸ ਬਣਾਉਣ ਔਰ ਇੱਕ ਦੂਸਰੇ ਨਾਲ ਇਤਲਾਹ ਸ਼ੇਅਰ ਕਰਨ। ਐਡੇ ਵੀ ਦਹਿਸ਼ਤਗਰਦ ਤਗੜੇ ਨਹੀਂ ਨੇ ਕਿ ਅਗਰ ਇਹ ਸਾਰੇ ਨੇਕ ਨੀਤੀ ਨਾਲ ਇੱਕ ਦੂਜੇ ਦੀ ਮਦਦ ਕਰਨ ਕਿ ਇਹ ਇੱਥੋਂ ਖ਼ਤਮ ਨਾ ਹੋ ਜਾਣ। ਇਹ ਇਸ ਤਰ੍ਹਾਂ ਹੀ ਖ਼ਤਮ ਹੋ ਸਕਦੇ ਨੇ, ਦੋਸਤੀ ਭਾਈਚਾਰੇ ਨਾਲ, ਇੱਕ ਦੂਜੇ ਨਾਲ ਮਾਲੂਮਾਤ ਦੇਣ ਨਾਲ ਔਰ ਇੱਕ ਦੂਸਰੇ ਦਾ ਸਾਥ ਦੇਣ ਨਾਲ, ਕਿਉਂਕਿ ਦੋਨਾਂ ਮੁਲਕਾਂ ਦੀਆਂ ਹਕੂਮਤਾਂ ਦੇ ਅੰਦਰ ਇੰਨੇ ਕੁ ਬਜ਼ਾਤੇ ਖੁਦ ਆਵਾਮ ਦੀ ਨਾਰਾਜ਼ਗੀ ਮੌਜੂਦ ਹੈ ਕਿ ਉਹ ਆਸਾਨੀ ਨਾਲ ਜਿਹੜੇ ਦੂਸਰਿਆਂ ਦੇ ਹੱਥੇ ਚੜ੍ਹ ਜਾਂਦੇ। ਅਤੇ ਮੇਰਾ ਇਹ ਮਸ਼ਵਰਾ ਹੈ, ਮੈਨੂੰ ਨਹੀਂ ਲੱਗਦਾ ਕੋਈ ਮੇਰੀ ਗੱਲ ਮੰਨੇਗਾ ਕਿ ਨਹੀਂ ਮੰਨੇਗਾ, ਲੇਕਿਨ ਗੱਲ ਕਰਨ 'ਚ ਹਰਜ ਕੋਈ ਨਹੀਂ ਕਿ ਮਤ ਦੀ ਗੱਲ ਹੈ ਕਿ ਜਿਹੜੇ ਸਿਆਣੇ ਲੋਕ ਨੇ, ਜਿਹੜੇ ਚਾਹੁੰਦੇ ਨੇ ਕਿ ਇਹ ਖਿੱਤਾ ਹੈ ਜਿਹੜਾ ਇਹ ਬਚ ਜਾਏ ਇਹਨਾਂ ਮੁਸੀਬਤਾਂ ਤੋਂ, ਕਿਉਂਕਿ ਇੱਕ ਵਾਰੀ ਤੁਸੀਂ ਜੰਗ ਸ਼ੁਰੂ ਕਰ ਦਿੱਤੀ ਅਤੇ ਫਿਰ ਖ਼ਤਮ ਤੇ ਤੁਹਾਡੀ ਮਰਜ਼ੀ ਨਾਲ ਕੋਈ ਨਹੀਂ ਹੋਣੀ। ਉਹ 1000 ਬੰਦਾ ਮਰੇ, 2 ਮਰੇ, 4 ਮਰੇ, 5 ਮਰੇ, 10 ਮਰੇ, 50 ਮਰਨ, 1 ਲੱਖ ਮਰੇ, ਫਿਰ ਵੀ ਤੁਸੀਂ ਤਾਂ ਸੁਲਾਹ ਹੀ ਕਰਨੀ ਹੈ। ਕੀ ਕਰੋਗੇ? ਕੋਈ ਹੋਰ ਹੱਲ ਹੈ? ਮਤਲਬ ਇਹ ਆਖਰ ਤੇ ਜੰਗ ਕਰਨ ਤੋਂ ਬਾਅਦ, 65 ਦੀ ਜੰਗ ਤੋਂ ਬਾਅਦ ਕੀ ਹੋਇਆ? ਸੁਲਾਹ ਹੋਈ। 71 ਤੋਂ ਬਾਅਦ ਕੀ ਹੋਇਆ? ਸੁਲਾਹ ਹੋਈ। ਕਾਰਗਲ ਤੋਂ ਬਾਅਦ ਕੀ ਹੋਇਆ? ਮਿਲ ਬੈਠੇ। ਕੋਈ ਮੈਨੂੰ ਜੰਗ ਦੁਨੀਆ ਦੀ ਦੱਸ ਦਿਓ। ਵੀਅਤਨਾਮ ਦੀ ਜੰਗ ਦੇਖੋ, ਆਖਰ ਲੋਕਾਂ ਨੇ ਬੈਠ ਕੇ ਸੁਲਾਹ ਕੀਤੀ। ਕੋਈ ਜੰਗ, ਭਾਵੇਂ ਉਹ 10 ਸਾਲ ਰਹੇ, ਭਾਵੇਂ 20 ਸਾਲ ਰਹੇ, ਭਾਵੇਂ ਉਹ 100 ਸਾਲ ਰਹੇ, ਆਖਰ ਉਹਦੇ 'ਤੇ ਮਿਲ ਕੇ ਬਹਿਣਾ ਪੈਂਦਾ। ਅਤੇ ਅਗਰ ਇੱਕ ਦੂਜੇ ਨੂੰ ਜੁੱਤੀਆਂ ਮਾਰ ਕੇ, ਇੱਕ ਦੂਜੇ ਦਾ ਮੂੰਹ ਸੁਰਖ ਕਰਕੇ ਹੀ ਤੁਸੀਂ ਸੁਲਾਹ ਕਰਨੀ ਹੈ, ਅਤੇ ਯਾਰ ਪਹਿਲੇ ਹੀ ਕਰ ਲਓ। ਐਵੇਂ ਲੋਕਾਂ ਦੇ ਬਾਲ ਮਰਵਾ ਕੇ ਅਤੇ ਲੋਕਾਂ ਨੂੰ ਕਤਲੋ ਗਾਰਤ ਕਰਕੇ, ਤਬਾਹੀ ਬਰਬਾਦੀ ਫੇਰ ਕੇ, ਇੱਕ ਦੂਜੇ ਦੇ ਮੁਲਕ ਦੇ ਅਦਾਰੇ ਫਨਾਹ ਕਰਕੇ, ਜਿਹੜੀ ਛੋਟੀ ਮੋਟੀ ਤਰੱਕੀ ਹੈ, ਕੋਈ ਸੜਕ ਬਣੀ ਹੈ, ਉਹ ਵੀ ਬਰਬਾਦ ਕਰਕੇ, ਅਤੇ ਫੇਰ ਹੀ ਅਕਲ ਲੈਣੀ ਹੈ। ਅਤੇ ਬਿਹਤਰ ਹੈ ਤੁਸੀਂ ਪਹਿਲੇ ਹੀ ਕੋਈ ਅਕਲ ਦੀ ਗੱਲ ਕਰ ਲਓ। ਔਰ ਮੇਰਾ ਖਿਆਲ ਹੈ ਇਸ ਗੱਲੋਂ ਕਈ ਲੋਕ ਕਹਿ ਵੀ ਰਹੇ ਨੇ ਵਿਚਾਰੇ, ਮਗਰ ਉਹਨਾਂ ਦੀ ਕੋਈ ਆਵਾਜ਼ ਸੁਣਦਾ ਹੀ ਨਹੀਂ। ਅਤੇ ਮਿਹਰਬਾਨੀ ਕਰੋ, ਜਿਹੜੇ ਵਿਚਾਰੇ ਸਾਡੇ ਰੰਗੇ ਮਜ਼ਦੂਰ ਲੋਕ ਔਰ ਜਾਂ ਬਹੁਤ ਸਾਰੇ ਲੋਕ ਜਿਹੜੇ ਚਾਹੁੰਦੇ ਨੇ ਕਿ ਜੰਗ ਨਾ ਆਏ, ਉਹਨਾਂ ਦੇ ਖਿਆਲ ਕਰੋ ਔਰ ਉਹਨਾਂ ਦੀ ਵੀ ਗੱਲ ਸੁਣੋ। ਸਿਰਫ ਆਪਣੀ ਮਰਜ਼ੀ, ਆਪਣੀ ਧਨ ਧੌਂਸ ਔਰ ਜ਼ਬਰਦਸਤੀ ਨਾ ਕਰੋ ਇਸ ਇਲਾਕੇ ਦੇ ਉੱਤੇ। ਔਰ ਇੱਥੇ ਕੋਈ ਵੀ ਮਾੜਾ ਨਹੀਂ ਹੁੰਦਾ, ਨਾ ਕੋਈ ਤਗੜਾ ਹੁੰਦਾ। ਅੱਜ ਕੱਲ੍ਹ ਕਿਹੜਾ ਦੌਰ ਹੈ ਜਿਹਦੇ 'ਤੇ ਅਸੀਂ ਕਹੀਏ ਜੀ ਦੂਸਰਾ ਮਾੜਾ ਹੈ। ਛੋਟੇ ਜਿਹੇ ਪਿੰਡ ਦੇ ਵਿੱਚ ਤੁਸੀਂ ਲੜ ਪਓ ਅਤੇ ਜਿਹੜੀ ਦੁਸ਼ਮਣੀ ਉਹ ਕਈ ਸਾਲ ਖ਼ਤਮ ਨਹੀਂ ਹੁੰਦੀ ਹੈ। ਅਤੇ ਮੁਲਕ ਨੇ, ਜਦੋਂ ਮੁਲਕਾਂ ਦੇ ਕਬਜ਼ੇ ਕਰਨ ਤੁਰ ਪਓਗੇ ਅਤੇ ਇਹ ਨਾ ਹੋਏ ਕਿ ਆਪਣੇ ਵੀ ਗਵਾ ਲਓ। ਉਹ ਕਹਿੰਦੇ ਨੇ ਕਿ ਜਨਾਬ ਸ਼ੁਤਰਮੁਰਗ ਗਿਆ ਸੀ ਆਪਣੀ ਸਿੰਘ ਲੈਣ, ਅਤੇ ਜਦੋਂ ਵਾਪਸ ਆਇਆ ਸੀ ਅਤੇ ਦੁੰਮ ਵੀ ਕੋਈ ਨਹੀਂ ਸੀ। ਅਤੇ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਜਿਹੜੇ ਬੜੇ ਬੜੇ ਸਿਆਸਤਦਾਨ ਨੇ, ਜਿਨ੍ਹਾਂ ਦੇ ਹੱਥ 'ਚ ਫੈਸਲਾ ਹੈ, ਜਾਂ ਸੱਪਾ ਸਲਾਰ ਨੇ ਜਾਂ ਲੀਡਰ ਨੇ, ਉਹਨਾਂ ਨੂੰ ਚਾਹੀਦਾ ਬਹਿ ਕੇ ਅਤੇ ਜਿਹੜਾ ਅਸਲ ਮਸਲਾ ਹੈ ਉੱਧਰ ਤਵੱਜੋ ਦੇਣ ਅਤੇ ਇਹ ਦੂਜਿਆਂ ਮਸਲਿਆਂ ਵੱਲ ਲੜਾਈ ਝਗੜਾ ਨਾ ਕਰਨ। ਅਸਲ ਮਸਲਾ ਹੈ ਦਹਿਸ਼ਤਗਰਦੀ, ਅਤੇ ਦਹਿਸ਼ਤਗਰਦੀ 'ਤੇ ਮਿਲ ਕੇ ਬਹਿਣ ਕਿ ਭਾਈ ਇਹਦਾ ਹੱਲ ਕੀ ਹੈ, ਕੀ ਕਰੀਏ, ਇਹਨੂੰ ਕਿਵੇਂ ਰੋਕੀਏ, ਇਹ ਤਾਂ ਸਾਡੀ ਜਾਨ ਖਾ ਬੈਠੀ ਹੈ। ਅਤੇ ਫਿਰ ਇਹਦੇ ਮਸਲੇ ਦਾ ਹੱਲ ਹੋਏਗਾ। ਨਹੀਂ ਕਿ ਜੋ ਮਰਜ਼ੀ ਕਰ ਲਓ, ਜਿੰਨਾ ਮਰਜ਼ੀ ਲੜ ਲਓ। ਇਹ ਗੱਲ ਯਾਦ ਰੱਖੋ, ਦਹਿਸ਼ਤਗਰਦੀ ਵਧਣੀ ਹੈ। ਦਹਿਸ਼ਤਗਰਦੀ ਜੰਗਾਂ ਨਾਲ ਘੱਟਦੀ ਕੋਈ ਨਹੀਂ, ਤਾਰੀਖ ਹੈ ਹੀ ਦੱਸਦੀ ਹੈ। ਅਗਰ ਤੁਸੀਂ ਸੰਜੀਦਾ ਹੋ ਦਹਿਸ਼ਤਗਰਦ ਅਤੇ ਦਹਿਸ਼ਤਗਰਦਾਂ ਨੂੰ ਮਕਾਉਣ 'ਚ, ਅਤੇ ਆਪਣੀ ਅਨਾਹ ਨੂੰ ਪਿੱਛੇ ਰੱਖੋ ਔਰ ਆਪਣਾ ਜਿਹੜਾ ਗੁੱਸਾ ਹੈ ਉਹਨੂੰ ਕੰਟਰੋਲ ਕਰੋ ਔਰ ਆਪਣੀ ਅਨਾਹ ਨੂੰ ਹੀ ਜਿਹੜਾ ਹੈ ਨਾ ਉਹਨੂੰ ਕਾਬੂ ਕਰੋ, ਅਤੇ ਠੰਡੇ ਦਿਲ ਨਾਲ ਸੋਚੋ ਕਿ ਸਾਡਾ ਅਸਲ ਮਸਲਾ ਕੀ ਹੈ ਔਰ ਅਸਲ ਮਸਲੇ ਦੀ ਜਿਹੜੀ ਅਸਲ ਜੜ੍ਹ ਹੈ ਉੱਧਰ ਤਵੱਜੋ ਦਿਓ ਔਰ ਰਹਿਣਾ ਸਿੱਖੋ। ਇਹ ਇੱਕ ਦੂਜੇ ਨੂੰ ਵਜੂਦ ਨੂੰ ਖ਼ਤਮ ਕਰਨਾ ਨਾ ਸਿੱਖੋ, ਬਲਕਿ ਰਹਿਣਾ ਸਿੱਖੋ ਕਿ ਦੂਸਰੇ ਦੇ ਮਜ਼ਹਬ ਧਰਮ ਦੇ ਨਾਲ ਅਸੀਂ ਕਿਵੇਂ ਜ਼ਿੰਦਾ ਰਹਿਣਾ, ਜਿਹਨੂੰ ਕਹਿੰਦੇ ਅਸੀਂ ਇਖਤਲਾਫ ਦੇ ਨਾਲ ਜ਼ਿੰਦਾ ਰਹਿਣਾ। ਇਹ ਸਾਨੂੰ ਹੁਣ 21ਵੀਂ ਸਦੀ 'ਚ ਇੰਨੀ ਅਕਲ ਆਉਣੀ ਚਾਹੀਦੀ ਹੈ
ਕਿ ਅਸੀਂ ਦੂਸਰੇ ਦੇ ਮਜ਼ਹਬ ਤੇ ਧਰਮ ਦੇ ਨਾਲ ਕਿਵੇਂ ਜ਼ਿੰਦਾ ਰਹਿਣਾ, ਅਸੀਂ ਇਖਤਲਾਫ ਦੇ ਨਾਲ ਕਿਵੇਂ ਜ਼ਿੰਦਾ ਰਹਿਣਾ ਹੈ। ਇਹ ਸਾਰਿਆਂ ਨੂੰ ਮਾਰ ਕੇ ਇੱਕ ਐਸੀ ਦੁਨੀਆ ਨਹੀਂ ਤੁਸੀਂ ਬਣਾ ਸਕਦੇ ਜਿੱਥੇ ਸਿਰਫ ਤੁਹਾਡਾ ਹੀ ਕੋਈ ਹਮ ਖਿਆਲ ਹੋਵੇ, ਦੂਜੇ ਕੋਈ ਖਿਆਲ ਦਾ ਬੰਦਾ ਹੀ ਨਾ ਹੋਏ, ਜਾਂ ਇੱਕੋ ਹੀ ਮਜ਼ਹਬ ਦੇ ਲੋਕ ਹੋਣ, ਦੂਜੇ ਮਜ਼ਹਬਾਂ ਦੇ ਲੋਕ ਨਾ ਹੋਣ। ਇਹ ਦੁਨੀਆ ਦਾ ਵਕਤ ਇਹ ਚਲਾ ਗਿਆ ਹੈ ਤੇ ਹੁਣ ਅਸੀਂ ਕੈਸੇ ਦੌਰ 'ਚ ਆ ਗਏ ਹਾਂ। ਬਿਲਕੁਲ ਠੀਕ ਹੈ, ਹਰ ਕਿਸੇ ਦਾ ਆਪਣਾ ਧਰਮ ਹੈ, ਉਹਦੇ ਤੋਂ ਉਹਨੂੰ ਫਖਰ ਕਰੇ, ਇਬਾਦਤ ਕਰੇ, ਜੋ ਉਹਦਾ ਦਿਲ ਕਰੇ, ਮਗਰ ਉਹਨੂੰ ਇਹ ਹੱਕ ਨਹੀਂ ਹੈਗਾ ਕਿ ਦੂਸਰੇ ਨੂੰ ਕਹੇ ਤੂੰ ਵੀ ਹੁਣ ਮੇਰੇ ਵਰਗਾ ਹੋ ਜਾ, ਨਹੀਂ ਤਾਂ ਤੈਨੂੰ ਮੈਂ ਮਾਰ ਦਿਆਂਗਾ, ਤੈਨੂੰ ਮੈਂ ਛੱਡਾਂਗਾ ਨਹੀਂ। ਮੇਰਾ ਨਹੀਂ ਖਿਆਲ ਕਿ ਇੱਕ ਐਸੀ ਦੁਨੀਆ ਜਿਹਦੇ 'ਚ ਅਸੀਂ ਹੁਣ ਵੇਲੇ ਰਹਿ ਰਹੇ ਹਾਂ, ਉਹਦੇ ਵਿੱਚ ਕੋਈ ਐਸੀ ਚੀਜ਼ ਦੀ ਗੁੰਜਾਇਸ਼ ਹੈ। ਤੇ ਮੇਰਾ ਤਾਂ ਇਹੀ ਪੈਗਾਮ ਹੈ ਕਿ ਜਿਹੜਾ ਸਾਡਾ ਅਸਲ ਮਸਲਾ ਹੈ, ਜਿੱਥੋਂ ਅਸੀਂ ਇਸ ਨੌਬਤ 'ਤੇ ਆ ਗਏ ਹਾਂ, ਉਹ ਪਿੱਛੇ ਰਹਿ ਗਿਆ ਹੈ। ਉਹਦੇ 'ਤੇ ਕੋਈ ਗੱਲ ਨਹੀਂ ਕਰਦਾ, ਔਰ ਫੜ ਲਓ, ਮਾਰ ਦਿਓ, ਇਹਦੇ 'ਤੇ ਹਰ ਵੇਲੇ ਤਵੱਜੋ ਹੈ। ਅਸਲ ਮਸਲੇ ਵੱਲ ਧਿਆਨ ਦਿਓ ਅਤੇ ਇੱਕ ਦੂਜੇ ਨਾਲ ਮਿਲ ਜੁਲ ਕੇ ਰਹਿਣਾ ਸਿੱਖੋ। ਅਤੇ ਇਹ ਜਿਹੜੀਆਂ ਹਵਾਈ ਗੱਲਾਂ ਨੇ ਔਰ ਇੱਕ ਦੂਸਰੇ ਨੂੰ ਮਾਰਨ ਦੀਆਂ ਧਮਕੀਆਂ ਨੇ, ਮੇਰਾ ਖਿਆਲ ਹੈ ਇਹਦੇ ਤੋਂ ਗੁਰੇਜ਼ ਕਰੋ। ਹਾਲੇ ਵੀ ਵੇਲਾ ਹੈ ਇਸ ਤੋਂ ਪਹਿਲੇ ਕਿ ਪਾਣੀ ਸਿਰੋਂ ਲੰਘ ਜਾਏ ਔਰ ਕਿਸੇ ਦੇ ਕੁਛ ਵੀ ਪੱਲੇ ਨਾ ਆਏ। ਅੱਲਾ ਸਭ ਨੂੰ ਹਦਾਇਤ ਦੇ। ਬਹੁਤ ਸ਼ੁਕਰੀਆ।